ਸੋ ਸੰਜੀਵਨੀ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੀਪੀ ਦੀ ਸਮੱਸਿਆ ਦੀ। ਬਲੱਡ ਪ੍ਰੈਸ਼ਰ ਘੱਟ ਹੋਵੇ ਜਾਂ ਵੱਧ ਜਾਵੇ, ਇਹ ਦੋਵੇਂ ਹੀ ਸਥਿਤੀ ਦੇ ਵਿੱਚ ਖਰਾਬ ਹੋ ਸਕਦਾ ਹੈ, ਸਾਡੀ ਸਿਹਤ ਦੇ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਪਰ ਅਕਸਰ ਅਸੀਂ ਦੇਖਦੇ ਹਾਂ ਕਿ ਬੀਪੀ ਦੀ ਸਮੱਸਿਆ ਨੂੰ ਬਹੁਤ ਇੱਕ ਨੋਮੀਨਲ ਜੀ ਸਮੱਸਿਆ ਮੰਨਿਆ ਜਾਂਦਾ ਹੈ, ਪਰ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਇਸ ਰਿਪੋਰਟ ਦੇ ਜ਼ਰੀਏ। ਹਾਈ ਬਲੱਡ ਪ੍ਰੈਸ਼ਰ ਨੂੰ ਅਕਸਰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਕੋਈ ਚੇਤਾਵਨੀ ਜਾਂ ਫਿਰ ਲੱਛਣ ਨਹੀਂ ਹੁੰਦੇ। ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਗੰਭੀਰ ਬਿਮਾਰੀ ਨਹੀਂ ਸਮਝਿਆ ਜਾਂਦਾ, ਪਰ ਡਾਕਟਰਾਂ ਦੇ ਵੱਲੋਂ ਲਗਾਤਾਰ ਇਸ ਗੱਲ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਇਸ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਜਾਵੇ ਤਾਂ ਸਰੀਰ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਦਿਲ ਸਾਡੇ ਸਰੀਰ ਦਾ ਪੰਪ ਹੈ ਜੋ ਖੂਨ ਨੂੰ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਦਿਲ ਦੁਆਰਾ ਪੰਪ ਕੀਤੇ ਜਾ ਰਹੇ ਖੂਨ ਦੀ ਗਤੀ ਨੂੰ ਬਲੱਡ ਪ੍ਰੈਸ਼ਰ ਰਾਹੀਂ ਮਾਪਿਆ ਜਾਂਦਾ ਹੈ। ਜੇਕਰ ਬਲੱਡ ਦੀ ਇਹ ਗਤੀ ਘੱਟ ਜਾਂ ਵੱਧ ਹੋਵੇ ਤਾਂ ਸਾਡੀ ਸਰੀਰ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ। ਇੱਕ ਸਿਹਤਮੰਦ ਇਨਸਾਨ ਦਾ ਬਲੱਡ ਪ੍ਰੈਸ਼ਰ 120 ਤੋਂ 80 mmHg ਦੇ ਵਿਚਾਲੇ ਰਹਿੰਦਾ ਹੈ। ਜੇਕਰ ਬਲੱਡ ਪ੍ਰੈਸ਼ਰ 140 ਤੋਂ 90 ਤੱਕ ਪਹੁੰਚੇ ਤਾਂ ਤੁਹਾਨੂੰ ਤੁਰੰਤ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ। ਬੀਪੀ ਦੀ ਸਮੱਸਿਆ ਦੇ ਕਾਰਨ ਸਾਡੇ ਦਿਮਾਗ, ਕਿਡਨੀ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਹੋਰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸ ਲਈ ਆਓ ਜਾਣਦੇ ਹਾਂ ਕਿ ਮਰਦਾਂ ਤੇ ਔਰਤਾਂ ਵਿੱਚ ਨਾਰਮਲ ਬੀਪੀ ਕਿੰਨਾ ਹੋਣਾ ਚਾਹੀਦਾ ਹੈ। ਔਰਤਾਂ ਦਾ ਬੀਪੀ। ਔਰਤਾਂ ਵਿੱਚ ਸਾਇਲੈਂਟ ਰੂਪ ਵਿੱਚ ਆਉਂਦੀ ਹੈ ਬੀਪੀ ਦੀ ਸਮੱਸਿਆ। ਔਰਤਾਂ ਵਿੱਚ ਮੁਸ਼ਕਿਲ ਦੇ ਨਾਲ ਹੀ ਨਜ਼ਰ ਆਉਂਦੇ ਨੇ ਬੀਪੀ ਦੇ ਸੰਕੇਤ। ਚੱਕਰ ਆਉਣਾ, ਅੱਖਾਂ ਕੋਲ ਲਾਲ ਧੱਬੇ, ਸਕਿਨ ਰੈਸ਼ਸ ਆਦਿ ਬੀਪੀ ਅਨਿਯਮਿਤ ਹੋਣ ਦੇ ਸੰਕੇਤ ਨੇ। 21 ਤੋਂ 25 ਸਾਲ ਦੀ ਔਰਤ ਵਿੱਚ ਬਲੱਡ ਪ੍ਰੈਸ਼ਰ 115.5 ਤੋਂ 70.5 ਦੇ ਵਿਚਕਾਰ ਰਹਿਣਾ ਚਾਹੀਦਾ ਹੈ। ਉਮਰ ਦੇ ਵਧਣ ਦੇ ਨਾਲ ਬਲੱਡ ਪ੍ਰੈਸ਼ਰ ਵੀ ਘਟਣ ਲੱਗਦਾ ਹੈ। 31 ਤੋਂ 35 ਸਾਲ ਦੀਆਂ ਔਰਤਾਂ ਵਿੱਚ 110.5 ਤੋਂ 72.5 ਦੇ ਵਿਚਕਾਰ ਬੀਪੀ ਰਹਿਣਾ ਚਾਹੀਦਾ ਹੈ। ਮਰਦਾਂ ਦਾ ਬੀਪੀ। 31 ਤੋਂ 35 ਸਾਲ ਦੇ ਮਰਦਾਂ ਵਿਚਕਾਰ 114.5 ਤੋਂ 75.5 ਦੇ ਵਿਚਕਾਰ ਬੀਪੀ ਰਹਿਣਾ ਚਾਹੀਦਾ ਹੈ। ਵੱਧਦੀ ਉਮਰ ਦੇ ਨਾਲ ਬੀਪੀ ਦੀ ਦਰ ਵਧਣੀ ਸ਼ੁਰੂ ਹੋ ਜਾਂਦੀ ਹੈ। 40 ਸਾਲ ਤੋਂ ਬਾਅਦ ਇਹ ਦਰ ਲਗਾਤਾਰ ਵੱਧਦੀ ਹੈ। 61 ਤੋਂ 65 ਸਾਲਾਂ ਦੇ ਸਿਹਤਮੰਦ ਪੁਰਸ਼ ਦੀ ਬੀਪੀ ਦਰ 143 ਤੋਂ 76.5 ਦੇ ਵਿਚਕਾਰ ਹੋਣੀ ਚਾਹੀਦੀ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਵੱਧ ਹੈ ਤਾਂ ਇਸ ਦੇ ਨਾਲ ਤੁਹਾਡੇ ਦਿਲ ਅਤੇ ਖੂਨ ਦੀਆਂ ਨਾੜਾਂ ਤੇ ਜ਼ਿਆਦਾ ਅਸਰ ਪੈਂਦਾ ਹੈ। ਸਮਾਂ ਬੀਤਣ ਤੇ ਇਹ ਵਾਧੂ ਤਣਾਅ ਸਰੀਰ ਦੇ ਅੰਗਾਂ ਨੂੰ ਖਰਾਬ ਕਰ ਸਕਦਾ ਹੈ। ਜੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਨਾ ਕੀਤਾ ਜਾਵੇ, ਇਸ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਨਾਲ ਦਿਲ ਅਤੇ ਗੁਰਦਿਆਂ ਦੀ ਬਿਮਾਰੀ ਵੀ ਹੋ ਸਕਦੀ ਹੈ। ਰੋਜ਼ਾਨਾ ਬੀਪੀ ਚੈੱਕ ਕਰਨ ਦੀ ਕੋਈ ਲੋੜ ਨਹੀਂ। ਜੇਕਰ ਸਰੀਰ ਵਿੱਚ ਕਿਸੇ ਕਿਸਮ ਦੀ ਬੇਆਰਾਮੀ ਹੋਵੇ ਜਾਂ ਬੀਪੀ ਦੇ ਲੱਛਣ ਹੋਣ ਤਾਂ ਬੀਪੀ ਚੈੱਕ ਕਰਨਾ ਚਾਹੀਦਾ ਹੈ। ਹਾਈ ਬੀਪੀ ਦਾ ਸਥਾਈ ਹੱਲ ਲੱਭਣ ਦੇ ਲਈ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਜੀਵਨ ਸ਼ੈਲੀ ਦੇ ਵਿੱਚ ਤਬਦੀਲੀਆਂ ਸਿਹਤ ਵਿੱਚ ਸੁਧਾਰ ਕਰ ਸਕਦੀਆਂ ਨੇ। ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਨਮਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਚਿਪਸ ਅਤੇ ਸਾਗ ਘੱਟ ਖਾਓ ਅਤੇ ਨਮਕੀਨ ਭੋਜਨ ਤੋਂ ਪਰਹੇਜ਼ ਕਰੋ। ਕਿਵੇਂ ਕਰੀਏ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ? ਨਮਕ ਘੱਟ ਖਾਓ, ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ, ਸ਼ਰਾਬ ਦਾ ਸੇਵਨ ਨਾ ਕਰੋ, ਸਰੀਰ ਦਾ ਭਾਰ ਸੰਤੁਲਿਤ ਰੱਖੋ, ਕਸਰਤ ਅਤੇ ਸੈਰ ਕਰੋ। ਬਲੱਡ ਪ੍ਰੈਸ਼ਰ ਤਣਾਅ ਦੇ ਨਾਲ ਪੈਦਾ ਹੋਣ ਵਾਲੀ ਬਿਮਾਰੀ ਹੈ ਜਿਸ ਦਾ ਘਟਣਾ ਅਤੇ ਵਧਣਾ ਦੋਵੇਂ ਹੀ ਖਤਰਨਾਕ ਨੇ। ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਇਹ ਦਿਲ ਅਤੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜੇਕਰ ਬੀਪੀ ਘਟ ਜਾਵੇ ਤਾਂ ਦਿਲ ਦਾ ਦੌਰਾ ਤੱਕ ਪੈ ਸਕਦਾ ਹੈ। ਘੱਟ ਬਲੱਡ ਪ੍ਰੈਸ਼ਰ ਦੇ ਕਾਰਨ ਦਿਲ, ਦਿਮਾਗ ਅਤੇ ਮਹੱਤਵਪੂਰਨ ਅੰਗਾਂ ਵਿੱਚ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਬੀਪੀ ਘੱਟ ਹੋਣ ਤੇ ਕੀ ਕਰਨਾ ਚਾਹੀਦਾ ਹੈ? ਘੱਟ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ। ਬੀਪੀ ਅਚਾਨਕ ਘੱਟ ਹੋਣ ਤੇ ਕੈਫੀਨ ਦਾ ਸੇਵਨ ਕਰੋ। ਚਾਹ ਅਤੇ ਕੌਫੀ ਕੈਫੀਨ ਦਾ ਚੰਗਾ ਸਰੋਤ ਹੈ। ਇਸ ਦਾ ਸੇਵਨ ਕਰਕੇ ਤੁਸੀਂ ਜਲਦ ਹੀ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਸਕਦੇ ਹੋ। ਘਰ ਦੇ ਵਿੱਚ ਹੀ ਬੀਪੀ ਟੈਸਟ ਕੀਤਾ ਜਾ ਸਕਦਾ ਹੈ। ਪਹਿਲਾਂ ਡਾਕਟਰ ਪਾਰੇ ਵਾਲੇ ਯੰਤਰਾਂ ਦੀ ਵਰਤੋਂ ਨਾਲ ਬੀਪੀ ਦੇ ਟੈਸਟ ਕਰਦੇ ਸੀ, ਪਰ ਹੁਣ ਬਿਜਲੀ ਯੰਤਰਾਂ ਦੀ ਵਰਤੋਂ ਬੀਪੀ ਟੈਸਟ ਲਈ ਕੀਤੀ ਜਾਂਦੀ ਹੈ।
ਬੀਪੀ ਚੈੱਕ ਕਰਨ ਤੋਂ ਅੱਧਾ ਘੰਟਾ ਜਾਂ 20 ਮਿੰਟ ਪਹਿਲਾਂ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ। ਇਸ ਤਰੀਕੇ ਦੇ ਕੁਝ ਇਹਤਿਆਤ ਵਰਤ ਕੇ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ। ਚੰਗਾ ਖਾਣਾ, ਕਸਰਤ ਕਰਨਾ, ਫਲ ਅਤੇ ਸਬਜ਼ੀਆਂ ਦਾ ਸੇਵਨ, ਚੰਗੀ ਨੀਂਦ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖਣ ਦੇ ਨਾਲ ਤੁਸੀਂ ਬਿਮਾਰੀਆਂ ਨੂੰ ਆਪਣੇ ਸਰੀਰ ਤੋਂ ਦੂਰ ਰੱਖ ਸਕਦੇ ਹੋ। ਸੋ ਬਲੱਡ ਪ੍ਰੈਸ਼ਰ ਯਾਨੀ ਕਿ ਖੂਨ ਦਾ ਦਬਾਅ, ਜਿਸ ਦਾ ਕਿ ਸਿੱਧਾ ਸਬੰਧ ਸਾਡੇ ਦਿਲ ਦੇ ਨਾਲ ਹੈ। ਇਸੇ ਕਰਕੇ ਕਿ ਇਸ ਦੇ ਖਤਰਨਾਕ ਸਥਿਤੀ ਬਣ ਸਕਦੀ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ ਨੂੰ ਕੀ ਅਣਗੌਲਿਆ ਕੀਤਾ ਜਾ ਸਕਦਾ। ਸੋ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਜਵਾਬ ਲੈਣ ਦੇ ਲਈ, ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਬੜੇ ਖਾਸ ਮਹਿਮਾਨ ਜੁੜ ਗਏ ਨੇ। ਡਾਕਟਰ ਰਾਜੇਸ਼ ਵਿਜੇ ਵਰਕੀਆ, ਜਿਹੜੇ ਕਿ ਕਾਰਡੀਓਲੋਜਿਸਟ ਨੇ, ਪੀਜੀਆਈ ਦੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਸੋ ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸੰਜੀਵਨੀ ਦੇ ਵਿੱਚ। ਸੋ ਡਾਕਟਰ ਸਾਹਿਬ, ਪਹਿਲੇ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਇਸ ਜਿਹੜੀ ਸਮੱਸਿਆ ਨੂੰ ਬਹੁਤ ਨੋਮੀਨਲ ਜੀ ਸਮੱਸਿਆ ਮੰਨਿਆ ਜਾਂਦਾ ਹੈ। ਇਹ ਜਿਹੜਾ ਰੁਝਾਨ ਹੈ ਕਿੰਨਾ ਖਤਰਨਾਕ ਹੋ ਸਕਦਾ ਹੈ ਕਿ ਅਸੀਂ ਬਹੁਤ ਹੀ ਇਸ ਨੂੰ ਲਾਈਟਲੀ ਲੈਂਦੇ ਹਾਂ। जैसा कि आपने बताया, ब्लड प्रेशर या हाई ब्लड प्रेशर को हम साइलेंट किलर कहते हैं। कई बार इसके सिम्टम नहीं होते जी। मोस्ट ऑफ द टाइम मरीजों में सिम्टम नहीं होते, तो इसका डायग्नोसिस नहीं होता। अब बात यह है कि क्या सिम्टम होते हैं हाई ब्लड प्रेशर के। हेडेक होना, इजी फटीगेबिलिटी होना, काम करने की इच्छा ना होना, चक्कर आना, ये कुछ सिम्टम हो सकते हैं जी। कई बार हाई ब्लड प्रेशर करके नाक में से खून आना या आंखों के पर्दे पे खून का थक्का जमना, ये एक वार्निंग साइन हो सकते हैं हाई ब्लड प्रेशर के। तो अगर किसी इंडिविजुअल को, किसी बंदे को इस तरह के सिम्टम है, इस तरह के साइन हैं, तो उसको डॉक्टर की सलाह लेके अपना ब्लड प्रेशर चेक कराना चाहिए। ब्लड प्रेशर रेगुलर चेक कराने के लिए मैं ये कहना चाहूँगा कि ईच एंड एवरी इंडिविजुअल को, जो भी नॉर्मल हेल्थी बंदा है, उसको 20 साल की उम्र पे एक बार ब्लड प्रेशर ज़रूर चेक करा लेना चाहिए। और उसके बाद में 3 से 5 साल में इन बिटवीन ब्लड प्रेशर चेक करा लेना चाहिए। अगर ब्लड प्रेशर ज़्यादा हो तो फिर उसका इलाज अकॉर्डिंगली करना चाहिए। ਜੀ ਡਾਕਟਰ ਸਾਹਿਬ, ਪਰ ਅਕਸਰ ਅਸੀਂ ਦੇਖਦੇ ਹਾਂ ਕਿ ਲੋ ਬੀਪੀ ਦੀ ਸਮੱਸਿਆ ਮਹਿਲਾਵਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ, ਔਰ ਜਿਹੜੇ ਖਾਸ ਤੌਰ ਤੇ ਮਹਿਲਾਵਾਂ ਦੇ ਵਿੱਚ ਇਹ ਰੁਝਾਨ ਵੀ ਜ਼ਿਆਦਾ ਹੁੰਦਾ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਨੈਗਲੀਜੈਂਟ ਮੰਨਦੇ ਹਾਂ, ਔਰ ਅਸੀਂ ਇਹ ਕਹਿੰਦੇ ਨੈਗਲੈਕਟ ਕਰ ਦਿੰਦੇ ਹਾਂ ਆਪਣੀ ਹੈਲਥ ਨੂੰ ਲੈ ਕੇ। ਪਰ ਮਹਿਲਾਵਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ ਰਹੀ ਹੈ। ਇਸ ਦੇ ਕੀ ਬੁਰੇ ਜਿਹੜੀ ਸਥਿਤੀਆਂ ਨੇ ਹੋ ਸਕਦੀਆਂ ਨੇ ਜਦੋਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਇਸ ਤਰ੍ਹਾਂ ਦੇ? ਸੋ ਜ਼ਿਆਦਾਤਰ ਪੇਸ਼ੈਂਟਸ ਕਿਹੜੀ ਸ਼ਿਕਾਇਤ ਲੈ ਕੇ ਆਉਂਦੇ? नहीं, दो चीज़ें हैं। एक तो हाई ब्लड प्रेशर, जिसको कि हम हाइपरटेंशन कहते हैं। एक लो ब्लड प्रेशर, जिसको कि हाइपोटेंशन कहते हैं। तो अगर किसी जनरल बंदे में ब्लड प्रेशर घट है तो उसके कुछ रीज़न होते हैं, जैसे खाना प्रॉपर नहीं खाना है, खून की कमी होना, हीमोग्लोबिन कम होना, तो इसकी वजह से भी ब्लड प्रेशर कम हो सकता है। तो अगर ये दिक्कत है, खाना नहीं कर रहे हैं, फास्टिंग है, व्रत रख रहे हैं, या हीमोग्लोबिन कम है, या फीमेल्स में स्पेशली मेंस्ट्रुअल साइकिल के समय ब्लीडिंग ज़्यादा है, तो उन चीज़ों की वजह से ये हाइपोटेंशन या ब्लड प्रेशर घट होना हो सकता है। तो वो अगर है तो उसका अकॉर्डिंगली इलाज करा जाए। अगर आप खाना प्रॉपर नहीं खा रहे हैं तो रेगुलर मॉर्निंग इवनिंग खाना खाएं, और अगर हीमोग्लोबिन कम है तो उसकी दवाई लेके उसको ठीक करा जाए। तो उससे ये जो हाइपोटेंशन वाला रीज़न है, जो लो ब्लड प्रेशर है, वो कुछ हद तक कंट्रोल किया जा सकता है। जी, तो हुण गल साइलेंट किलर की कर लेने डॉक्टर साहब। बड़ा खतरनाक इसका ना ही जड़ा है वो लग रहा है, साइलेंट किलर जड़ा चुपचाप तुहानू प्रॉब्लम दे विच पा सकता है। इस तो बचन दे की सुझाव ने? किहड़ियां चीज़ां सानू लाइफस्टाइल दे विच चेंज करनियां पैणियां ने? सबसे पहले साइलेंट किलर का मतलब कि है जो ब्लड प्रेशर है कई बार डायग्नोज नहीं होता है। ये पाया गया है कुछ स्टडीज़ में कि वन थर्ड पॉपुलेशन जो कि ब्लड प्रेशर से अफेक्टेड है, जो ग्रस्त है, उनको पता ही नहीं होता कि ब्लड प्रेशर है। 1/3 जो है वो ट्रीटमेंट इरेगुलर लेती हैं, और 1/3 पेशेंट हैं जिनको कि हम रेगुलर ट्रीटमेंट देते हैं और उनका ब्लड प्रेशर कंट्रोल होता है। तो ये तो जनरल पॉपुलेशन में इफ़ेक्ट है हाइपरटेंशन का। अगर आप पॉपुलेशन की बात करें, प्रीवेलेंस कि ब्लड प्रेशर कितने % पॉपुलेशन में है, तो करीब 25% अर्बन पॉपुलेशन और 10% रूरल पॉपुलेशन इंडिया में जो है वो ब्लड प्रेशर से अफेक्टेड है।
अगर पीजीआई ने एक स्टडी करी थी चंडीगढ़ एरिया में, ट्राई सिटी में, हमने यहाँ पाया कि 40% इंडिविजुअल जो एडल्ट पर्सन है उसमें ब्लड प्रेशर हायर साइड में है, जो कि हाइपरटेंशन है। जी। तो ये तो बात हुई कि प्रीवेलेंस की, जो कि ब्लड प्रेशर का है जनरल पॉपुलेशन में। साइलेंट किलर के लिए ऐसा है कि अगर लॉन्ग टर्म तक, काफ़ी लंबे समय तक किसी को हाई ब्लड प्रेशर है तो उसका बॉडी पे कई इफ़ेक्ट होते हैं। जैसे कि हार्ट के ही अगर आप ले लें तो हार्ट अटैक होना, हार्ट का फेल होना, जिसमें हार्ट का इजेक्शन फ्रैक्शन जो सिस्टोलिक फंक्शन है वो नॉर्मल 60% से घट होके 20% या 30% होना, जिससे कि हार्ट फेलियर के सिम्टम, जिसमें चलने से सांस फूलना और ये सब चीज़ें हैं। तो हार्ट अटैक, हार्ट फेलियर जो हार्ट की डिजीज़ है वो हो सकती है। आपको हाई ब्लड प्रेशर करके स्ट्रोक हो सकता है, पैरालिसिस हो सकती है। उसके अलावा किडनी में अगर इफेक्ट हो हाई ब्लड प्रेशर का तो उससे गुर्दे फेल होने का रिस्क हो सकता है। इसके अलावा पेरिफेरल आर्टरियल डिजीज, जिसमें पेरिफेरी की आर्टरी है, पैर की नाड़ियाँ हैं, उसमें ब्लॉक होना और फिर चलने में दिक्कत होना, जिसे हम क्लॉडिकेशन कहते हैं। तो ये सब चीज़ें होती हैं जो कि लॉन्ग टर्म अगर हाई ब्लड प्रेशर हो तो उससे होती है। तो इसलिए ये बड़ा ज़रूरी है कि आप ब्लड प्रेशर टाइमली डायग्नोस करें, और अगर ये ब्लड प्रेशर ज़्यादा है, अगर आपका हाइपरटेंशन है तो उसका एडुकेट ट्रीटमेंट लें और उसको जल्द से जल्द नॉर्मल लेवल पे लाने की कोशिश करें। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਪਹਿਲਾਂ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਜਿਹੜੇ ਉਮਰ ਦਰਾਜ਼ ਲੋਕ ਨੇ, ਬਜ਼ੁਰਗ ਲੋਕ ਨੇ, ਉਹਨਾਂ ਦੇ ਵਿੱਚ ਬੀਪੀ ਦੀ ਸਮੱਸਿਆ ਦੇਖੀ ਜਾਂਦੀ ਸੀ, ਪਰ ਹੁਣ ਯੰਗ ਅਡਲਟਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇਹ ਸਮੱਸਿਆ ਬੜੀ ਜ਼ਿਆਦਾ ਆ ਰਹੀ ਹੈ ਔਰ ਘੱਟ ਏਜ ਦੇ ਵਿੱਚ ਹੀ ਇਹ ਸਮੱਸਿਆ ਸ਼ੁਰੂ ਹੋ ਰਹੀ ਹੈ। ਕਈਆਂ ਨੂੰ ਤੇ ਗੋਲੀ ਵੀ ਲੈਣੀ ਪੈਂਦੀ ਹੈ। ਸੋ ਟੈਬਲੇਟ ਕਦੋਂ ਜਿਹੜੀ ਸ਼ੁਰੂ ਕੀਤੀ ਜਾ ਸਕਦੀ ਹੈ, ਇਸ ਦੀ ਸੇਫ ਏਜ ਕੀ ਹੈ ਔਰ ਕੀ ਇਸ ਗੋਲੀ ਆਪਣੇ ਆਪ ਦੇ ਵਿੱਚ ਸੇਫ ਹੈ ਕਿ ਅਸੀਂ ਇਸ ਨੂੰ ਕੰਜ਼ਿਊਮ ਕਰ ਸਕਦੇ ਹਾਂ, ਕਿਉਂਕਿ ਇਹਨੂੰ कंटिन्यू करना पैंदा है बहुत लंबे समय तक। आपने बड़ा सही क्वेश्चन पूछा है। पहले ज़माने में ओल्ड एज में ब्लड प्रेशर की प्रॉब्लम होती थी, अब यंग एज में भी होने लगी। इसके कुछ रीज़न है। फिजिकल इनएक्टिविटी, ओबीज होना, बाहर का खाना खाना जिसमें कि साल्ट ज़्यादा है, अचार खाना, चिप्स खाना, ये सब कुछ रीज़न हैं। और स्ट्रेस, उसकी वजह से ब्लड प्रेशर यंग पॉपुलेशन में भी काफ़ी फ्रीक्वेंटली देखा जाने लगा है। तो ब्लड प्रेशर ये रेगुलर चेक कराएं, जैसा मैंने बताया 20 साल की उम्र के बाद में एक बार चेक करा लें। उसको रेगुलरली 3 से 5 साल में जब भी आप डॉक्टर के पास जाएं तो ब्लड प्रेशर चेक करा लें, तो उससे ये पता लग सकता है। नाउ कम्स द ट्रीटमेंट। अगर ब्लड प्रेशर ज़्यादा है तो उसके लिए, अगर आपका वेट ज़्यादा है, नमक ज़्यादा ले रहे हैं, तो ये सब फार्मूला आप अपने लेवल पे ठीक करें। वेट अगर ज़्यादा है उसको कम करें। फिजिकल एक्टिविटी नहीं है तो आप रेगुलर एक्सरसाइज करें। यूजुअली हमारी रिकमेंडेशन ये होती है कि 30 से 45 मिनट डेली एक्सरसाइज करें, जॉगिंग करें या साइकिलिंग करें या जो भी आप कंफर्टेबल हो, स्विमिंग करें या कोई आउटडोर एक्टिविटी प्लेज हैं वो खेलें, जिससे कि वो रेगुलर आपकी फिजिकल एक्टिविटी है। आजकल मोबाइल फ़ोन पे स्टेप्स काउंट भी आने लग गए हैं, तो 7,500 से 10,000 स्टेप्स डेली आप करें। तो ये कुछ तरीके हैं जिससे कि आप अपनी फिजिकल एक्टिविटी बढ़ा सकते हैं। तो इससे अगर आपका वेट कंट्रोल होगा तो ब्लड प्रेशर भी कंट्रोल होगा। खाने पीने में जैसा मैंने बताया, फ्रूट का सेवन और बाकी चीज़ों का सेवन करें, और जिसमें नमक कम हो वो चीज़ें लें। टेबल साल्ट, कई बार आदत होती है कि घर पे खाना खा रहे हैं, अलग से नमक ऊपर से डालना, वो ना डालें। सब्जी या चपाती में नमक ना यूज़ करें। तो इससे ये कुछ चीज़ें हैं, ये अगर आप इम्प्लीमेंट करें तो इससे ब्लड प्रेशर कुछ हद तक कंट्रोल हो सकता है। लेकिन उसके बावजूद भी अगर आपका ब्लड प्रेशर ज़्यादा है तो उसके लिए दवाई लेनी पड़ेगी। ब्लड प्रेशर की दवाई में एक बात ये मैं कहना चाहूँगा कि ये लंबे समय तक चलती है। तो अगर कोई पेशेंट है, कोई इंडिविजुअल है, वो कहता है मैंने डॉक्टर साहब ब्लड प्रेशर 3 महीने की दवाई ले ली, 6 महीने की, अब ब्लड प्रेशर ठीक है और मैंने दवाई छोड़ दी है, तो दवाई छोड़ने से ब्लड प्रेशर वापस राइज हो सकता है। तो अगर दवाई छोड़ दी है, वो भी आपको डॉक्टर की सलाह से पहले कम करें और फिर छोड़ें। और दवाई, अगर किसी को ब्लड प्रेशर की दवाई चालू हो गई है तो उसमें वो रेगुलर लेनी ही पड़ती है। ठीक है डॉक्टर साहब, ਇਹ ਸਾਡੇ ਨਾਲ ਨਾ ਇੱਕ ਕਾਲਰ ਜੁੜ ਗਏ ਨੇ, ਪਹਿਲਾਂ ਉਹਨਾਂ ਤੋਂ ਵੀ ਉਹਨਾਂ ਦਾ ਸਵਾਲ ਚਾਲ ਲੈਂਦੇ ਆ। ਬਹੁਤ ਸਵਾਗਤ ਹੈ ਜੀ, ਕਿੱਥੋਂ ਬੋਲ ਰਹੇ ਹੋ, ਕੀ ਨਾਮ ਤੁਹਾਡਾ, ਸਵਾਲ ਕੀ ਤੁਹਾਡਾ? हेलो जी
मैम मैं मनप्रीत बोल रही हूँ अमृतसर से। हाँ जी। मैम जो हाथ पैर सुन पड़ जाते हैं मैं उसके बारे में पूछना चाहती हूँ। ਡਾਕਟਰ ਸਾਹਿਬ ਹੱਥ ਪੈਰ ਸੁੰਨ ਪੈ ਜਾਣਾ ਇਹ ਕੀ ਕਿਸ ਬਿਮਾਰੀ ਦੇ ਲੱਛਣ ਹੋ ਸਕਦੇ ਨੇ ਕੀ ਲੱਗਦਾ ਹੈ ਕਾਲਰ ਪੁੱਛ ਰਹੇ ਨੇ। हाथ पैर, हाँ, हाथ पैर सुन पड़ जाना ये ब्लड प्रेशर के सिम्टम नहीं है। तो हाथ पैर का सुन पड़ना या तो ये बीपी घट होने की वजह से है, तो वो उसमें कमजोरी है तो खाना पीना या हीमोग्लोबिन या एनीमिया है तो वो ठीक करें। कई बार हाथ पैर सुन होना डायबिटीज़ के पेशेंट हैं, उसमें हम कहते हैं न्यूरोपैथी, तो उसकी वजह से भी सुन हो सकते हैं। तो अगर वो चीज़ है तो उसके लिए शुगर के डॉक्टर को या फिजिशियन को बात करके उसका रीज़न समझें और फिर उस हिसाब से इलाज करें। ठीक है डॉक्टर साहब, एक कॉलर होर जुड़े ने, स्वागत है जी, अपना नाम दसो किहड़ी थां तो बोल रहे हो। मैम मेरा नाम इशिका है ਤੇ मैं ਜ਼ੀਰਕਪੁਰ ਤੋਂ ਬੋਲ ਰਹੀ ਹਾਂ ਤੇ ਮੇਰਾ ਕੁਐਸਚਨ ਇਹ ਸੀਗਾ ਕਿ जी थोड़ी आवाज़ नहीं मिल पा रही। ਹੈਲੋ हाँ जी। ਮੈਮ ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਕਈ ਵਾਰੀ ਮੇਰਾ ਬੀਪੀ ਲੋ ਰਹਿੰਦਾ ਹੈ ਤਾਂ ਉਸ ਦੇ ਕੀ ਲੱਛਣ ਹੋ ਸਕਦੇ ਆ ਕਿ ਸੋ ਡਾਕਟਰ ਸਾਹਿਬ ਇਹ ਪੁੱਛ ਰਹੇ ਨੇ ਕਿ ਲੋ ਬੀਪੀ ਦੇ ਕੀ ਲੱਛਣ ਹੋ ਸਕਦੇ ਨੇ ਔਰ ਇਸ ਦੇ ਇਲਾਜ ਕੀ ਹੋ ਸਕਦੇ ਨੇ ਲੋ ਬੀਪੀ ਦੇ ਲਈ। बीपी लो होने में काम करने में इजी फटिगेबिलिटी, थकावट आना, चक्कर आना, ये सिम्टम है लो बीपी के। काम करने में थकावट आना, आप काम नहीं कर सकते हैं, ये कुछ सिम्टम हो सकते हैं लो ब्लड प्रेशर के। इसके लिए मैं यही कहूँगा कि आप प्रॉपरली खाना खाएं, रेगुलर टाइम पे खाना खाएं, और अगर हीमोग्लोबिन कम है, एनीमिया है, तो उसको आयरन और बी कॉम्प्लेक्स लेके उसको ठीक करें। ਹੋਰ ਕਾਲਰ ਜੁੜੇ ਨੇ, ਆਪਣਾ ਨਾਮ ਦੱਸੋ ਜੀ ਤੇ ਕੀ ਸਵਾਲ ਹੈ ਤੁਹਾਡਾ। ਹੈਲੋ, ਜੀ ਆਪਣਾ ਨਾਮ ਦੱਸੋ ਜੀ, ਕਿਹੜੀ ਥਾਂ ਤੋਂ ਬੋਲ ਰਹੇ ਹੋ। ਕੁਲਵੰਤ ਸਿੰਘ ਤਰਨਤਾਰਨ ਕੈਰਵਾਲ से बोल रहे हैं जी। ਕੁਲਵੰਤ ਜੀ ਆਪਣਾ ਸਵਾਲ ਦੱਸੋ। ਇਹ ਬਲੱਡ ਪ੍ਰੈਸ਼ਰ ਕਦੀ ਪਤਾ ਨਹੀਂ ਲੱਗਦਾ, ਘਟ ਜਾਂਦਾ ਵੱਧ ਜਾਂਦਾ। ਫਲਕਚੁਏਟਿੰਗ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਦੇ ਬਾਰੇ ਸਵਾਲ ਕਰ ਰਹੇ ਨੇ ਕਿ ਕਦੇ ਵੱਧਦਾ ਹੈ ਤੇ ਕਦੇ ਘਟ ਵੀ ਜਾਂਦਾ ਹੈ, ਸੋ ਇਸ ਸਿਚੁਏਸ਼ਨ ਨੂੰ ਕਿਵੇਂ ਡੀਲ ਕਰਨਾ। ना, फ्लक्चुएटिंग ब्लड प्रेशर कभी बढ़ना कभी घटना नहीं है, उसमें एक वो रेगुलर ब्लड प्रेशर आप चेक कराएं, उससे पता लग जाता है। कई बार ब्लड प्रेशर जो चेक करना होता है वो मॉर्निंग में बिना चाय या कॉफ़ी पिए चेक करना होता है। अगर आप मॉर्निंग में ब्लड प्रेशर चेक करें वो नॉर्मल है, इवनिंग में काम करने के बाद में, चाय पीने के बाद में, पूरा ऑफिस वर्क करने के बाद में आप अगर ब्लड प्रेशर चेक करते हैं वो ज़्यादा है तो वो करेक्ट रीडिंग नहीं है। तो करेक्ट रीडिंग के लिए या हाई ब्लड प्रेशर के लिए बड़ा इम्पोर्टेंट है कि आप बिना चाय या कॉफ़ी पिए आधे घंटे तक शांत बैठ के उसके बाद में ब्लड प्रेशर लें। तो अगर वो ब्लड प्रेशर की रीडिंग ज़्यादा है तो इसका मतलब है आपको हाई ब्लड प्रेशर। अगर वो रीडिंग आपकी नॉर्मल है तो फिर वो कंसर्न नहीं है कि ब्लड प्रेशर हायर साइड में है, तो आप वो नॉर्मल एक्टिविटी कर सकते हैं। ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਦੋਂ ਆਪਣਾ ਬਲੱਡ ਪ੍ਰੈਸ਼ਰ ਘਰ ਦੇ ਵਿੱਚ ਚੈੱਕ ਕਰ ਰਹੇ ਹਾਂ ਤਾਂ ਉਸ ਵੇਲੇ ਅਸੀਂ ਕੁਝ ਖਾਧਾ ਹੋਇਆ ਕਿ ਨਹੀਂ ਜਾਂ ਖਾਲੀ ਪੇਟ ਅਸੀਂ ਇਸ ਨੂੰ ਚੈੱਕ ਕਰ ਰਹੇ ਹਾਂ ਤਾਂ ਉਸ ਦੇ ਨਾਲ ਵੀ ਬੜਾ ਫਰਕ ਜਿਹੜਾ ਹੈ ਉਹ ਰੀਡਿੰਗ ਦੇ ਵਿੱਚ ਵੀ ਪੈਂਦਾ ਹੈ। ਇੱਕ ਹੋਰ ਕਾਲਰ ਜੁੜ ਗਏ ਨੇ, ਉਹਨਾਂ ਦਾ ਰੁਖ ਕਰਾਂਗੇ। ਸਵਾਗਤ ਹੈ ਜੀ, ਆਪਣਾ ਨਾਮ ਦੱਸੋ, ਕਿਹੜੀ ਥਾਂ ਤੋਂ ਬੋਲ ਰਹੇ ਹੋ। ਸਾਜਨ ਸਿੰਘ ਜੈਪੁਰ ਤੋਂ। ਹਾਂਜੀ ਆਪਣਾ ਸਵਾਲ ਦੱਸੋ। ਹਾਂਜੀ ਮੈਨੂੰ 100 140 ਦੀ ਬੀਪੀ ਰਹਿੰਦਾ ਹੈ ਜੀ। 195 100 140 40 ਜੀ ਠੀਕ ਹੈ। ਕਿੰਨੀ ਉਮਰ ਹੈ ਤੁਹਾਡੀ। 70 ਜੀ। ਸੋ ਡਾਕਟਰ ਸਾਹਿਬ ਇਹ ਪੁੱਛਣਾ ਚਾਹੁੰਦੇ ਨੇ ਕਿ 70 ਸਾਲ ਦੀ ਉਮਰ ਹੈ, 100 140 ਬੀਪੀ ਰਹਿੰਦਾ ਹੈ, ਕੀ ਇਹ ਨਾਰਮਲ ਦੇ ਵਿੱਚ ਰੇਂਜ ਦੇ ਵਿੱਚ ਗਿਣਿਆ ਜਾਵੇ ਜਾਂ ਫਿਰ ਇਸ ਦੇ ਲਈ ਇਲਾਜ ਕੋਈ ਕਰਨਾ ਚਾਹੀਦਾ ਹੈ। देखो, जो नीचे का ब्लड प्रेशर है जिसे कि हम डायस्टोलिक ब्लड प्रेशर कहते हैं वो 90 से घट होना चाहिए। आपके केस में ये 100 है ब्लड प्रेशर, तो 100 ब्लड प्रेशर ज़्यादा है। सिस्टोलिक वाला है 140 जो आप बता रहे हैं वो नॉर्मल है। तो ये जो 100 वाला ब्लड प्रेशर है इसके लिए मैं आपको यही एडवाइस करूँगा कि आप नमक थोड़ा घट लें, अगर वज़न ज़्यादा है तो वो कम करें, 1-2 महीने इसको देखें। जो अगर फिर भी ये ज़्यादा रहता है, 90 से ज़्यादा रहता है, तो इसके लिए ब्लड प्रेशर की सूटेबल दवाई लेके इसको 90 या 90 से नीचे ब्लड प्रेशर करने की कोशिश करें।
ਡਾਕਟਰ ਸਾਹਿਬ ਦਾ ਇਹੀ ਕਹਿਣਾ ਹੈ ਕਿ ਆਪਣੇ ਲਾਈਫ ਸਟਾਈਲ ਦੇ ਵਿੱਚ ਥੋੜਾ ਚੇਂਜ ਕਰਨਾ ਪੈਣਾ ਹੈ। ਨਮਕ ਦੀ ਮਾਤਰਾ ਘਟਾ ਕੇ ਦੇਖੋ, ਪਰ ਜੇਕਰ ਫਿਰ ਵੀ ਇਹ 100 ਹੀ ਰਹਿੰਦਾ ਹੈ ਤਾਂ ਫਿਰ ਤੁਹਾਨੂੰ ਫਿਜ਼ੀਸ਼ੀਅਨ ਦੇ ਕੋਲ ਜਾਣਾ ਪਵੇਗਾ, ਤੁਹਾਨੂੰ ਮਦਦ ਜਿਹੜੀ ਹੈ ਉਹ ਲੈਣੀ ਪਵੇਗੀ। ਅਗਲੇ ਕਾਲਰ ਜੁੜ ਗਏ ਨੇ। ਹਾਂਜੀ, ਆਪਣਾ ਨਾਮ ਦੱਸੋ ਜੀ, ਕਿਹੜੀ ਥਾਂ ਤੋਂ ਬੋਲ ਰਹੇ ਹੋ? ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਮੈਮ। ਹਾਂਜੀ, ਕੀ ਸਵਾਲ ਹੈ? ਤੇ ਮੇਰਾ ਸਵਾਲ ਹੈ ਕਿ ਮੈਨੂੰ ਪਹਿਲੇ ਤੇ ਲੋ ਬਲੱਡ ਪ੍ਰੈਸ਼ਰ ਰਹਿੰਦਾ ਸੀ, ਤੇ ਬਟ ਹੁਣ ਉਹਦਾ ਮੇਰਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ, ਕਿਉਂਕਿ ਮੈਨੂੰ ਆਰਥਰਾਈਟਿਸ ਦੀ ਵੀ ਪ੍ਰੋਬਲਮ ਹੈ, ਰੂਮੀਓ ਆਰਥਰਾਈਟਿਸ। ਤੇ ਮੈਂ ਇੱਥੇ ਡਾਕਟਰ ਨਾਲ ਕੰਸਰਨ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਸ਼ਾਇਦ ਆਰੇ ਦੀ ਵਜ੍ਹਾ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ ਹੈ। ਕੀ ਇਹੋ ਰੀਜ਼ਨ ਹੈ ਮੈਮ? ਸੋ ਡਾਕਟਰ ਸਾਹਿਬ ਕਹਿ ਰਹੇ ਨੇ ਆਰਥਰਾਈਟਿਸ ਤੋਂ ਬਾਅਦ ਜਿਹੜਾ ਹੈ ਉਹ ਬੀਪੀ ਚੇਂਜ ਵੱਧ ਹੋਣ ਲੱਗ ਗਿਆ, ਪਹਿਲਾਂ ਲੋ ਬੀਪੀ ਦੀ ਸਮੱਸਿਆ ਸੀ। देखो, जो आपका डायग्नोसिस है रूमेटॉइड आर्थराइटिस, उसमें जॉइंट की प्रॉब्लम की वजह से कई बार फिजिकल एक्टिविटी कम हो जाती है और वेट भी बढ़ जाता है। तीसरा है कुछ ड्रग्स जो कि रूमेटॉइड आर्थराइटिस के लिए हम देते हैं, उससे भी ब्लड प्रेशर ज़्यादा होता है। तो आप ये 3-4 फैक्टर देखें और इनमें से जो भी रिवर्सिबल फैक्टर है, अगर आपका वेट जॉइंट की दर्द की वजह से आपका चलना फिरना कम हो गया और वेट बढ़ गया तो वो वेट कम करने की कोशिश करें। नमक अगर आप ज़्यादा लेते हैं तो वो कम लेने की कोशिश करें और अपने डॉक्टर की सलाह लें कि जो आरए के लिए दवाई चल रही है उसकी वजह से तो ब्लड प्रेशर ज़्यादा नहीं है। अगर वो कहते हैं उसकी वजह से या ऐसी कोई दवाई नहीं चल रही जिससे ब्लड प्रेशर ज़्यादा हो तो फिर वो ब्लड प्रेशर कंट्रोल के लिए आपको कुछ दवाई लेनी पड़ेगी। वो अपने फिजिशियन की सलाह लेके और वो दवाई स्टार्ट कर सकते हैं। ਸੋ ਉਮੀਦ ਹੈ ਕਿ ਤੁਹਾਨੂੰ ਜਵਾਬ ਆਪਣਾ ਮਿਲ ਗਿਆ ਹੋਵੇਗਾ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਆਪਣਾ ਡਾਇਗਨੋਸ ਜਿਹੜਾ ਅੱਗੇ ਕਰਵਾਓ। ਅਗਲੇ ਕਾਲਰ ਜੁੜ ਗਏ ਨੇ, ਨਾ ਦੱਸੋ ਆਪਣਾ ਜੀ, ਕੀ ਸਵਾਲ ਹੈ? ਸੋ ਡਾਕਟਰ ਸਾਹਿਬ, ਇਹਨਾਂ ਸਾਰੇ ਸਵਾਲਾਂ ਤੋਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਇੱਕ ਬਿਮਾਰੀ ਜਿਸ ਦਾ ਕਿ ਇਲਾਜ ਚੱਲ ਰਿਹਾ ਹੈ ਉਸ ਦੀ ਦਵਾਈਆਂ, ਉਸ ਦਾ ਟ੍ਰੀਟਮੈਂਟ ਔਰ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਵੀ ਸਾਰਾ ਕੁਝ ਕਲੈਕਟਿਵਲੀ ਰਿਸਪੌਂਸਿਬਲ ਹੋ ਸਕਦਾ ਹੈ ਕਿ ਬਲੱਡ ਪ੍ਰੈਸ਼ਰ ਜਿਹੜਾ ਲੋ ਜਾਂ ਹਾਈ ਹੋਵੇ। ਸੋ ਲਾਈਫ ਸਟਾਈਲ ਚੇਂਜ ਕਰਨਾ ਔਰ ਇਹ ਤਾਂ ਸਾਰਿਆਂ ਦੇ ਵਿੱਚ ਹੀ ਕਾਮਨ ਰਹੇਗਾ, ਚਾਹੇ ਉਹ ਹਾਈ ਬੀਪੀ ਹੈ ਚਾਹੇ ਉਹ लो बीपी है। हाँ, आपने सही बोला, लाइफ स्टाइल चेंज करना बड़ा ज़रूरी है। वज़न ज़्यादा है तो उसको घट करें, वज़न घट है और हीमोग्लोबिन कम है तो उसकी वजह से इजी फटिगेबिलिटी होना, ब्लड प्रेशर घट होना है तो वो ठीक करें। आपने पहले बताया कि चाय कॉफ़ी हो, यस, चाय कॉफ़ी लेने से टेम्परेली ब्लड प्रेशर नॉर्मल हो सकता है, लेकिन उसका रीज़न क्या है? अगर किसी को हाइपोटेंशन है तो हीमोग्लोबिन घट है तो वो ठीक करें, विटामिन की कमी है तो वो लें सप्लीमेंट, तो उससे वो लो ब्लड प्रेशर ठीक हो सकता है। और हाई ब्लड प्रेशर है तो उसके लिए नमक कम लेना, एक्सरसाइज करना, वेट रिड्यूस करना, ये कुछ फैक्टर हैं। लेकिन ये बड़ा इम्पोर्टेंट है कि आप 1-2 महीने 3 महीने इनको ट्राई करें। अगर उससे भी ब्लड प्रेशर कंट्रोल में नहीं आता है तो मेडिसिन लेना काफ़ी ज़रूरी है। अगर आप मेडिसिन नहीं लेंगे तो लॉन्ग टर्म में हाई ब्लड प्रेशर करके इसके कॉम्प्लिकेशन हो सकते हैं। और जैसा कि आपने बोला कि ये साइलेंट किलर है तो लॉन्ग टर्म में फिर दूसरे कॉम्प्लिकेशन, हार्ट का कॉम्प्लिकेशन, ब्रेन का कॉम्प्लिकेशन, गुर्दे का कॉम्प्लिकेशन ये हो सकते हैं और उससे फिर ये इरिवर्सिबल डैमेज है वो हो सकता है और उसकी वजह से इंडिविजुअल को काफ़ी सफरिंग हो सकती है। सो बहुत बहुत शुक्रिया डॉक्टर साहब, तुसी इस चर्चा दे विच हिस्सा लिया और साढ़े सारे ही कॉलर्स नूं जवाब भी मिल गए होंगे कि ये हाई बीपी या घट बीपी जो भी तुहानूं समस्या है उसनूं बिल्कुल भी अनदेखा नहीं करना है, उसका इलाज करना बहुत जरूरी है। बहुत बहुत शुक्रिया डॉक्टर साहब। सो संजीवनी दे विच अज असीं गल कीती है लो बीपी ते हाई बीपी दे बारे। सब तो पहली चीज़ कि इसनूं बिल्कुल भी अनदेखा नहीं करना, दूजे पासे लाइफ स्टाइल नूं ठीक करना बहुत जरूरी है और इहो जे कई सारे चेंजेस सानूं लाइफ स्टाइल दे विच असीं जेकर कर लईए तां दवाइयां तो बचिया जा सकता है। पर जे लॉन्ग टर्म दे विच लाइफ स्टाइल दे विच चेंज करन तो बावजूद ये नहीं जा रही समस्या तां फिर डॉक्टरी सलाह लैनी बिल्कुल जरूरी हो जाती है। अज दी इस पेशकश दे विच इन्ना ही, मैनूं दिओ इजाजत, धन्नवाद।